ਸਤਿ ਸ਼੍ਰੀ ਅਕਾਲ ਜੀ। ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ ਕਰਦੇ ਹਾਂ। ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ। ਹਰ ਰੋਜ਼ ਦੀ ਤਰ੍ਹਾਂ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਮੇਰੇ ਨਾਲ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਪੰਨੂ ਸਾਹਿਬ ਸਵਾਗਤ ਜੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬeth II ਦਾ ਦੇਹਾਂਤ ਹੋ ਗਿਆ। 70 ਸਾਲ ਤੋਂ ਵੱਧ ਦਾ ਸਮਾਂ ਰਾਜ ਕੀਤਾ। ਬਹੁਤ ਲੋਕ ਉਦਾਸ ਨੇ ਉਧਰਲੇ, ਕਿਵੇਂ ਦੇਖਦੇ ਆ? ਦੇਖੋ, ਜਿਨ੍ਹਾਂ ਦੀ ਰਾਣੀ ਆ ਉਹਨਾਂ ਦਾ ਉਦਾਸ ਹੋਣਾ ਬਣਦਾ ਵੀ ਹੈ। ਇੱਕ ਹੋਰ ਹੁੰਦਾ ਕਿ ਤੁਸੀਂ ਲੰਮਾ ਸਮਾਂ ਜਿਹਨੂੰ ਆਪਣੇ ਰਾਣੀ ਜਾਂ ਰਾਜੇ ਦੇ ਤੌਰ 'ਤੇ ਚਿਤਵਦੇ ਰਹੋ ਜੀ। ਜਦੋਂ ਅਚਾਨਕ ਖਬਰ ਆਵੇ ਕਿ ਨਹੀਂ ਆ ਗਿਆ, ਉਹ ਨਹੀਂ ਰਿਹਾ, ਇੱਕਦਮ ਇੱਕ ਸਦਮਾ ਜਿਹਾ ਲੱਗਦਾ, ਇੱਕ ਝਟਕਾ ਜਿਹਾ ਲੱਗਦਾ ਸਾਰੇ ਸਮਾਜ ਨੂੰ ਜੀ। ਦੂਜੀ ਗੱਲ ਇਹ ਆ ਕਿ ਕੁਈਨ ਐਲਿਜ਼ਾਬeth II ਉਹ ਸਾਰੀ ਉਮਰ ਬਾਅਦ ਵਿੱਚ ਬਹੁਤਾ ਨਹੀਂ ਪਈ। ਕਦੇ ਕੋਈ ਇਹੋ ਜਿਹੀ ਗੱਲ ਨਹੀਂ ਜਿਹਦਾ ਕਰਕੇ ਕੋਈ ਬਦਨਾਮੀ ਹੋਈ ਹੋਵੇ ਜੀ। ਉਹਦੇ ਬੱਚਿਆਂ 'ਚੋਂ, ਪੁੱਤਰਾਂ ਧੀਆਂ 'ਚੋਂ ਕਿਸੇ ਦੀ ਕੋਈ ਗੱਲ ਹੋਵੇ ਤੇ 100 ਵਾਰੀ ਹੋਵੇ, ਉਹਦੀ ਕਦੇ ਗੱਲ ਨਹੀਂ ਹੋਈ। ਬਹੁਤ ਛੋਟੀ ਉਮਰ 'ਚ, ਜਦੋਂ ਅਜੇ 26 ਸਾਲਾਂ ਦੀ ਨਹੀਂ ਸੀ ਹੋਈ, ਉਹਨੂੰ ਕੁਈਨ ਬਣਨਾ ਪੈ ਗਿਆ ਕਿਉਂਕਿ ਉਹਦੇ ਪਿਤਾ ਕਿੰਗ ਜਾਰਜ ਦੀ ਮੌਤ ਹੋ ਗਈ ਸੀ। ਉਹਨੇ ਤਖਤ ਸੰਭਾਲ ਲਿਆ। ਉਹ ਇਕੱਲੇ UK ਦੀ ਯਾਨੀ ਯੂਨਾਈਟਿਡ ਕਿੰਗਡਮ ਦੀ ਕੁਈਨ ਨਹੀਂ ਸੀ, ਕਈ ਦੇਸ਼ ਉਹਨੂੰ ਹੋਰ ਮੰਨਦੇ ਸੀ ਜੀ। ਇਹ ਸਾਰੇ ਦੇ ਸਾਰੇ ਦੇਸ਼ ਉਹ UK ਦੇ ਰਾਜੇ ਜਾਂ ਰਾਣੀ ਨੂੰ ਆਪਣਾ ਮੰਨਦੇ ਨੇ। ਹੁਣ ਉਹਦਾ ਪੁੱਤਰ ਉਸ ਤੋਂ ਬਾਅਦ ਕਿੰਗ ਬਣ ਗਿਆ ਚਾਰਲਸ, ਤੇ ਉਹਨੂੰ ਵੀ ਉਹਨਾਂ ਸਾਰੇ ਦੇਸ਼ਾਂ ਨੇ ਆਪਣਾ ਮੁਖੀ ਮੰਨ ਲਿਆ। ਇਹਦੇ ਦੌਰਾਨ ਕਈ ਮੌਕੇ ਇਹੋ ਜਿਹੇ ਆਏ ਜਦੋਂ ਬੜੀ ਚਰਚਾ ਸੀ ਕੁਈਨ ਆਹ ਕਰੇਗੀ, ਕੁਈਨ ਉਹ ਕਰੇਗੀ। ਉਹਨੇ ਬਹੁਤ ਸ਼ਾਂਤ ਰਹਿ ਕੇ ਸਮਾਂ ਗੁਜ਼ਾਰਿਆ, ਕਿਸੇ ਕਿਸਮ ਦਾ ਦਖਲ ਨਹੀਂ ਦਿੱਤਾ। ਇੱਕ ਮੌਕਾ ਆਇਆ ਸੀ ਜਦੋਂ ਸਕਾਟਲੈਂਡ ਦੇ ਵਿੱਚ ਮੰਗ ਉੱਠੀ ਕਿ ਅਸੀਂ ਵੱਖਰੇ ਹੋ ਜਾਣਾ UK ਤੋਂ। ਲੋਕੀ ਇੰਗਲੈਂਡ, ਬਰਤਾਨੀਆ, UK ਇੱਕੋ ਮੰਨ ਲੈਂਦੇ। ਇੰਗਲੈਂਡ ਇੱਕ ਸਟੇਟ ਹੈ। ਇੰਗਲੈਂਡ, ਸਕਾਟਲੈਂਡ ਤੇ ਵੇਲਜ਼ ਤਿੰਨ ਰਲ ਜਾਣ ਤੇ ਬ੍ਰਿਟੇਨ ਬਣਦਾ। ਜੇ ਇਹਦੇ ਨਾਲ ਨਾਰਦਰਨ ਆਇਰਲੈਂਡ ਤੇ ਕੁਛ ਹੋਰ ਜਿਹੜੇ ਨੇ ਉਹ ਸਾਰੇ ਜੋੜ ਦਿੱਤੇ ਜਾਣ ਤੇ ਫਿਰ ਯੂਨਾਈਟਿਡ ਕਿੰਗਡਮ ਬਣਦਾ ਜੀ। ਸਕਾਟਲੈਂਡ ਵਾਲਿਆਂ ਨੇ ਆਖਿਆ ਜੀ ਅਸੀਂ ਆਜ਼ਾਦ ਦੇਸ਼ ਬਣਨਾ। ਰੈਫਰੈਂਡਮ ਹੋਣਾ ਸੀ। ਬੜੇ ਪਾਸਿਆਂ ਤੋਂ ਦਬਾਅ ਪਿਆ ਕਿ ਇਸ ਮਾਮਲੇ 'ਚ ਕੁਈਨ ਵੀ ਬੋਲੇ। ਦਬਾਅ ਇਸ ਗੱਲ ਦਾ ਸੀ ਕਿ ਉਹਨਾਂ ਲੋਕਾਂ ਨੂੰ ਅਪੀਲ ਕਰੇ ਕਿ ਤੁਸੀਂ UK ਦੇ ਵਿੱਚ ਸ਼ਾਮਲ ਰਹੋ, ਵੱਖਰਾ ਨਾ ਬਣਾਓ। ਕੁਈਨ ਨੇ ਬਿਲਕੁਲ ਅਪੀਲ ਨਹੀਂ ਕੀਤੀ। ਉਹਨੇ ਇੰਨਾ ਆਖਿਆ ਕਿ ਡੈਮੋਕ੍ਰੇਸੀ ਚੱਲਦੀ ਪਈ ਹੈ, ਮੈਂ ਸੰਵਿਧਾਨਕ ਮੁਖੀ ਹਾਂ, ਜੋ ਲੋਕ ਫੈਸਲਾ ਕਰਨਗੇ ਮੈਂ ਉਹਨੂੰ ਆਦਰ ਕਰਾਂਗੀ ਕਿਉਂਕਿ ਸਾਡੇ ਲੋਕ ਸਿਆਣੇ ਆ, ਉਹ ਫੈਸਲਾ ਕਰ ਸਕਦੇ ਆ। ਉਹਨੇ ਉਹਨਾਂ 'ਤੇ ਛੱਡਤਾ। ਸਕਾਟਲੈਂਡ ਦੇ ਲੋਕਾਂ ਨੇ ਮਾਮੂਲੀ ਜੀ ਬਹੁਤ ਸੰਮਤੀ ਨਾਲ ਆਖਿਆ ਸੀ ਦੇ ਵਿੱਚ ਰਹਿਣਾ। ਉਹਨੇ ਆਖਿਆ ਵੈਲਕਮ ਹੈ, ਪਰ ਉਹਨੇ ਅਪੀਲ ਨਹੀਂ ਕੀਤੀ। ਜੇ ਉਸ ਵਕਤ ਉਹ ਅਪੀਲ ਕਰ ਦਿੰਦੀ ਤੇ ਵਾਦ ਵਿਵਾਦ ਵਿੱਚ ਆ ਜਾਣਾ ਸੀ। ਫਿਰ ਸਕਾਟਲੈਂਡ ਵਾਲਿਆਂ ਨੇ ਆਖਿਆ ਜਾਣਾ ਕਰਨਾ ਸੀ ਸਾਡੇ ਖਿਲਾਫ ਅਪੀਲ ਕੀਤੀ ਹੈ, ਉਹ ਰਿਸਪੈਕਟ ਨਹੀਂ ਸੀ ਲੈਣੀ। ਜਦੋਂ ਬ੍ਰੈਗਜ਼ਿਟ ਹੋਇਆ, ਯਾਨੀ ਯੂਰਪੀਅਨ ਯੂਨੀਅਨ 'ਚੋਂ ਬ੍ਰਿਟੇਨ ਨੇ ਐਗਜ਼ਿਟ ਕਰਨਾ ਸੀ, ਬ੍ਰੈਗਜ਼ਿਟ ਉਹਨੂੰ ਕਹਿੰਦੇ ਸੀ, ਉਦੋਂ ਵੀ ਇਹ ਗੱਲ ਚੱਲੀ ਸੀ ਕਿ ਕੁਈਨ ਨੂੰ ਅਪੀਲ ਕਰਨੀ ਚਾਹੀਦੀ ਹੈ। ਬ੍ਰੈਗਜ਼ਿਟ ਦੇ ਪੱਖ ਵਿੱਚ ਜਾਂ ਵਿਰੋਧ ਵਿੱਚ ਵੀ ਕੋਈ ਸਟੈਂਡ ਲੈਣਾ ਚਾਹੀਦਾ। ਉਹਨੇ ਆਖਿਆ ਨਾ। ਜਦੋਂ ਤੁਸੀਂ ਇੱਕ ਰੈਫਰੈਂਡਮ ਕਰਾਉਂਦੇ ਪਏ ਹੋ, ਸਾਰੇ ਦੇਸ਼ ਦੇ ਲੋਕਾਂ ਦੀ ਰਾਏ ਲੈਂਦੇ ਪਏ ਹੋ, ਉਸ ਮੌਕੇ ਮੇਰੀ ਅਪੀਲ ਲੋਕਾਂ ਦੀ ਰਾਏ ਨੂੰ ਪ੍ਰਭਾਵਿਤ ਕਰੋ। ਉਹਨੇ ਕੋਈ ਅਪੀਲ ਨਹੀਂ ਸੀ ਕੀਤੀ। ਫਿਰ ਹੁਣ ਤੋਂ 25-26 ਸਾਲ ਪਹਿਲਾਂ ਇੱਕ ਵਾਰੀ ਇਹ ਗੱਲ ਚੱਲ ਪਈ ਕਿ ਕੁਈਨ ਨੂੰ ਕਾਫੀ ਉਮਰ ਹੋ ਗਈ ਹੈ, ਗੱਦੀ ਛੱਡ ਦੇਣੀ ਚਾਹੀਦੀ ਹੈ ਤੇ ਆਪਣੇ ਪੁੱਤਰ ਚਾਰਲਸ ਨੂੰ ਕਿੰਗ ਬਣਨ ਦੇਣਾ ਚਾਹੀਦਾ ਜੀ। ਉਹਨੇ ਕਿਸੇ ਗੱਲ ਦਾ ਹੁੰਗਾਰਾ ਨਹੀਂ ਭਰਿਆ। ਹਰ ਮਾਂ ਨੂੰ ਪੁੱਤਰ ਪਿਆਰਾ ਹੁੰਦਾ, ਬਿਲਕੁਲ ਉਹਨੂੰ ਵੀ ਪਿਆਰਾ ਸੀ। ਉਹ ਚਾਹੁੰਦੀ ਹੋਵੇ ਕਿ ਮੇਰਾ ਪੁੱਤਰ ਰਾਜਾ ਬਣੇ। ਪਰ ਉਹਨਾਂ ਦਿਨਾਂ ਦੇ ਵਿੱਚ ਇੱਕ ਲੇਖ ਮੈਂ ਉੱਥੇ UK ਵਿੱਚ ਸਾਂ, ਲੰਡਨ 'ਚ, ਤੇ ਮੈਂ ਕਿਸੇ ਅੰਗਰੇਜ਼ੀ ਅਖਬਾਰ 'ਚ ਪੜ੍ਹਿਆ ਸੀ ਕਿ ਕੁਈਨ ਇਸ ਲਾਈਨ 'ਤੇ ਚੱਲ ਰਹੀ ਹੈ ਕਿ ਜਿਹੜੀ ਕੁਦਰਤੀ ਪ੍ਰਕਿਰਿਆ, ਜਿਹੜਾ ਨੈਚੁਰਲ ਪ੍ਰੋਸੈਸ ਆ, ਉਹਦੇ ਵਿੱਚ ਦਖਲ ਨਹੀਂ ਦੇਣਾ। ਨੈਚੁਰਲ ਪ੍ਰੋਸੈਸ ਕੀ ਹੈ
कि ਇੱਥੇ ਇਹ ਫੈਸਲਾ ਹੋ ਚੁੱਕਾ ਕਿ ਇਸ ਰਾਜ ਪਰਿਵਾਰ ਦੇ ਵਿੱਚ ਜਿਹੜਾ ਪਹਿਲਾ ਬੱਚਾ ਹੋਵੇ ਉਹ ਰਾਜਾ ਬਣੂਗਾ। ਇਹ ਕਿਉਂਕਿ ਕਿੰਗ ਜਾਰਜ ਦੀ ਧੀ ਸੀ, ਇਹ ਰਾਜ ਇਹਨੂੰ ਮਿਲ ਗਿਆ। ਅੱਗੋਂ ਇਹਦੇ ਬੱਚਿਆਂ 'ਚੋਂ ਜਿਹੜਾ ਸਭ ਤੋਂ ਵੱਡਾ ਬੱਚਾ ਉਹ ਰਾਜਾ ਬਣ ਜਾਓ ਜੀ। ਪਰ ਬਣੂ ਕਿੱਦਾਂ? ਕਿਉਂਕਿ ਇੱਕ ਪ੍ਰਕਿਰਿਆ ਤੈਅ ਹੋ ਚੁੱਕੀ ਹੈ ਕਿ ਜਦ ਤੱਕ ਰਾਜਾ ਜਾਂ ਜੇ ਔਰਤ ਰਾਜ ਕਰਦੀ ਹੋਵੇ ਤੇ ਮਹਾਰਾਣੀ ਆਪ ਜਿੰਦਾ ਉਹਨਾਂ ਚਿਰ ਤੱਕ ਦੂਜੇ ਨੇ। ਇਹ ਮੌਕਾ ਕੁਦਰਤ ਦੇਵੇਗੀ ਕਦੋਂ ਦੇਣਾ ਜੀ। ਉਹਨੇ ਉਸ ਪ੍ਰਕਿਰਿਆ 'ਚ ਦਖਲ ਨਹੀਂ ਦਿੱਤਾ, ਆਰਾਮ ਨਾਲ ਆਪਣਾ ਰਾਜ ਕਰਦੀ ਰਹੀ। ਕਦੇ ਉਹਨੇ ਇਹ ਨਹੀਂ ਆਖਿਆ ਕਿ ਮੈਂ ਆਪਣੇ ਪੁੱਤਰ ਨੂੰ ਰਾਜਾ ਬਣਾਉਣਾ, ਤੇ ਕਦੇ ਪੁੱਤਰ ਨੇ ਇਹ ਨਹੀਂ ਆਖਿਆ ਕਿ ਮੇਰੀ ਛੇਤੀ ਰਾਜਾ ਬਣਨ ਦੀ ਖਾਸ਼। ਬਹੁਤ ਮੌਕਿਆਂ ਦੇ ਉੱਤੇ ਉਹਨੂੰ ਜਦੋਂ ਆਖਿਆ ਗਿਆ ਕਿ ਇਹ ਨਹੀਂ ਇਹ ਕਰੋ, ਉਹਨੇ ਕਿਸੇ ਕਿਸਮ ਦਾ ਦਖਲ ਨਹੀਂ ਦਿੱਤਾ। ਕੋਈ ਖਾਸ ਕਿਸਮ ਦਾ ਵਾਦ ਉਹਦੇ ਨਾਲ ਨਹੀਂ ਜੁੜਦਾ। ਅੱਜ ਜਦੋਂ ਕੁਈਨ ਦੀ ਡੈਥ ਹੋ ਚੁੱਕੀ ਹੈ, ਉਹਦਾ ਦੇਹਾਂਤ ਹੋ ਚੁੱਕਾ, ਪਤਾ ਨਹੀਂ ਕਿੱਦਾਂ ਇੱਕ ਪੱਛਮੀ ਦੇਸ਼ ਦੀ ਅਖਬਾਰ ਨੇ ਲਿਖਤਾ ਕਿ ਭਾਰਤ ਵਿੱਚ ਕੁਝ ਲੋਕ ਖੁਸ਼ੀਆਂ ਮਨਾਉਂਦੇ। ਕਿਸੇ ਨੇ ਕੋਈ ਖੁਸ਼ੀ ਮਨਾਈ ਹੋਵੇ, ਮੈਨੂੰ ਇਹੋ ਜਿਹਾ ਨਹੀਂ ਲੱਗਾ। ਅਸੀਂ ਲੋਕ ਤਾਂ ਇੱਥੋਂ ਦੇ ਹਾਂ ਕਿ ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ, ਸੱਜਣਾ ਵੀ ਤੁਰ ਜਾਣਾ, ਤੇ ਇਹਦੇ ਨਾਲ ਤੇ ਸਾਡੀ ਦੁਸ਼ਮਣੀ ਕੋਈ ਨਹੀਂ। ਉਸ ਪੱਛਮੀ ਦੇਸ਼ ਦੀ ਅਖਬਾਰ ਨੇ ਆਖਿਆ ਜੀ ਇਹ ਉਸ ਰਾਜ ਦੀ ਮੁਖੀ ਸੀ ਜਿਨ੍ਹਾਂ ਨੇ ਬੜਾ ਚਿਰ ਭਾਰਤ ਉੱਤੇ ਰਾਜ ਕੀਤਾ ਤੇ ਜ਼ੁਲਮ ਕੀਤੇ ਹੋਣਗੇ। ਭਾਰਤ ਨੂੰ ਆਜ਼ਾਦੀ 1947 'ਚ ਮਿਲ ਗਈ, ਇਹ ਜਾ ਕੇ 1952 ਦੇ ਵਿੱਚ ਕੁਈਨ ਬਣਦੀ ਹੈ। ਇਹਨੇ ਤਾਂ ਕੋਈ ਨਹੀਂ ਕੀਤੇ ਜੀ। ਜੋ ਹੈ ਤੋਂ ਪਹਿਲਾਂ ਹੋਇਆ ਨਾ, ਇਹਦੇ ਵਕਤ ਕੁਝ ਨਹੀਂ ਹੋਇਆ। ਇਸ ਕਰਕੇ ਇਹਨੂੰ ਉਹਦੇ ਨਾਲ ਜੋੜ ਕੇ ਜੇ ਕੋਈ ਬੇਵਕੂਫੀ ਇਹੋ ਜਿਹੀ ਕਰਦਾ ਖੁਸ਼ੀ ਮਨਾਉਣ ਵਾਲੀ, ਤੇ ਉਹ ਵੀ ਗਲਤ ਕਰਦਾ। ਤੇ ਜੇ ਖੁਸ਼ੀ ਨਹੀਂ ਮਨਾਈ ਗਈ, ਭਾਰਤ ਦੇ ਲੋਕਾਂ ਨੇ ਸਾਊਪੁਣੇ ਦਾ ਸਬੂਤ ਦਿੱਤਾ, ਤੇ ਜਿਹਨੇ ਇਹੋ ਜਿਹੀ ਖਬਰ ਬਣਾਈ ਆ ਤੇ ਪੱਛਮੀ ਦੇਸ਼ ਛਾਪੀ ਆ, ਉਹਨੇ ਵੀ ਸਿਰੇ ਦੀ ਬਦਤਮੀਜ਼ੀ ਕੀਤੀ ਆ। ਦੁਨੀਆ ਸੋਗ ਮਨਾ ਰਹੀ ਆ ਜੀ। ਉਸ ਸੋਗ ਦਾ ਸਤਿਕਾਰ ਕਰਨਾ ਚਾਹੀਦਾ, ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ, ਭਾਵਨਾਵਾਂ ਦਾ ਸਾਥ ਦੇਣਾ ਚਾਹੀਦਾ। ਬਿਲਕੁਲ, ਇਸ ਤੋਂ ਬਾਅਦ ਕੁਝ ਕਹਿਣ ਦੀ ਲੋੜ ਨਹੀਂ ਜੀ। ਪਰ ਸਾਹਿਬ, ਕੱਲ ਪੰਜਾਬ ਦੇ 2 ਮੰਤਰੀਆਂ ਨੇ ਅਚਨਚੇਤ ਚੈਕਿੰਗ ਕੀਤੀ ਹੈ, ਉੱਦਾਂ ਕਹਿੰਦੇ ਛਾਪੇ ਮਾਰੇ ਹੈ। ਇਹ ਸੇਵਾ ਕੇਂਦਰਾਂ ਵਿੱਚ ਲੰਬੇ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸੀ। ਕੋਈ ਕਹਿੰਦਾ ਕਿ ਸਟਾਫ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ ਪਿਆ, ਕੁਝ ਕੁ ਥਾਵਾਂ ਤੇ ਸਾਰਿਆਂ ਤੇ ਨਹੀਂ। ਕਿਵੇਂ ਦੇਖਦੇ ਆ ਇਸ ਅਚਨਚੇਤ ਚੈਕਿੰਗ ਨੂੰ? ਲੋਕਾਂ ਵਿੱਚ ਕੀ ਪ੍ਰਭਾਵ ਜਾਊਗਾ? ਇਹ ਕਰਨੀ ਜ਼ਰੂਰੀ ਹੋ ਗਈ ਸੀ ਜੀ। ਪ੍ਰਸ਼ਾਸਕੀ ਸੁਧਾਰਾਂ ਦਾ ਮਹਿਕਮਾ ਹੈਗਾ ਮੰਤਰੀ ਗੁਰਮੀਤ ਸਿੰਘ ਮੀਤ ਹੇਰ ਕੋਲ ਜੀ। ਲੋਕਲ ਬਾਡੀਜ਼ ਦਾ ਨਗਰ ਪਾਲਿਕਾ, ਨਗਰ ਨਿਗਮਾਂ, ਮਿਊਨਿਸਪਲ ਕਾਰਪੋਰੇਸ਼ਨਾਂ ਦਾ ਮਹਿਕਮਾ ਇੰਦਰਬੀਰ ਸਿੰਘ ਨਿੱਜਰ ਕੋਲ। ਇਹ ਦੋਵੇਂ ਇਕੱਠੇ ਉੱਥੇ ਕਿਉਂ ਆਏ? ਇਸ ਕਰਕੇ ਆਏ ਕਿ ਗੁਰਮੀਤ ਸਿੰਘ ਮੀਤ ਹੇਰ ਨੇ ਆਪਣੇ ਮਹਿਕਮੇ 'ਚੋਂ ਅੰਕੜੇ ਕਢਾ ਕੇ ਵੇਖਿਆ ਕਿ ਲੋਕ ਕਹਿੰਦੇ ਆ ਕੰਮ ਨਹੀਂ ਹੋ ਰਹੇ ਸੁਵਿਧਾ ਸੈਂਟਰਾਂ 'ਚ, ਸੁਵਿਧਾ ਕੇਂਦਰਾਂ 'ਚ। ਜਦੋਂ ਵੇਖਿਆ ਕਿ ਸਾਰੇ ਦੇਸ਼ ਦੀ ਐਵਰੇਜ ਹੈ, ਸਾਰੇ ਪੰਜਾਬ ਦੀ, ਤੇ ਇਕੱਲੇ ਲੁਧਿਆਣੇ 'ਚ ਇੰਨੇ ਕੇਸ ਪੈਂਡਿੰਗ ਨੇ, ਇੱਥੇ ਕਿਉਂ? ਜੀ। ਫਿਰ ਵੇਖਿਆ ਕਿ ਲੁਧਿਆਣੇ ਇਕੱਲੇ 'ਚ ਪੈਂਡਿੰਗ ਕਿੱਥੇ ਨੇ। ਪਤਾ ਕੀ ਲੱਗਾ ਕਿ ਲੁਧਿਆਣੇ ਜ਼ਿਲ੍ਹੇ 'ਚ ਪੈਂਡਿੰਗ ਕੇਸ ਨੇ ਉਹ 1% ਵੀ ਨਹੀਂ ਗਏ, 0.5% ਵੀ ਨਹੀਂ ਗਏ, 0.42 ਆ। ਪਰ ਜਿਹੜੇ ਲੁਧਿਆਣੇ ਦੀ ਮਿਊਨਿਸਪਲ ਕਾਰਪੋਰੇਸ਼ਨ ਹੈ ਉਹਦੇ ਵਿੱਚ ਇਕੱਲੇ 'ਚ 0.5% ਵੀ ਨਹੀਂ, 1 ਵੀ ਨਹੀਂ, 2 ਵੀ ਨਹੀਂ, 3 ਵੀ ਨਹੀਂ, 4 ਵੀ ਨਹੀਂ, 5 ਵੀ ਨਹੀਂ, 6% ਜੀ। ਇੰਨੀ ਪਰਸੈਂਟੇਜ ਇਕੱਲੀ ਮਿਊਨਿਸਪਲ ਕਾਰਪੋਰੇਸ਼ਨ 'ਚ। ਜਦੋਂ ਨੇ ਇਹ ਵੇਖਿਆ ਕਿ ਮਿਊਨਿਸਪਲ ਕਾਰਪੋਰੇਸ਼ਨ 'ਚ ਜ਼ਿਆਦਾ, ਉਹਨਾਂ ਨੇ ਫਿਰ ਇੰਦਰਬੀਰ ਸਿੰਘ ਨਿੱਜਰ ਨੂੰ ਆਖਿਆ ਕਿ ਤੁਹਾਡਾ ਮਹਿਕਮਾ ਤੁਸੀਂ ਵੀ ਨਾਲ ਆਓ। ਦੋਵਾਂ ਨੇ ਇਕੱਠਿਆਂ ਜਾ ਕੇ ਰੇਡ ਕੀਤਾ, ਲੱਭਿਆ, ਵੇਖਿਆ ਕਿ ਲੋਕਾਂ ਦੇ ਕੇਸ ਹਜ਼ਾਰਾਂ ਦੀ ਗਿਣਤੀ 'ਚ ਪੈਂਡਿੰਗ ਪਏ ਆ। ਸਾਰਾ ਸਿਸਟਮ ਹੀ ਖਰਾਬ ਕੀਤਾ ਪਿਆ। ਮਿਸਾਲ ਦੇ ਤੌਰ ਤੇ ਕੋਈ ਵੀ ਸਰਟੀਫਿਕੇਟ ਬਣਾਉਣਾ, ਉਹਦੇ ਨਾਲ ਪਛਾਣ ਪੱਤਰ ਦੀ ਲੋੜ ਹੁੰਦੀ ਹੈ, ID ਦੀ। ਉਹਦੇ 'ਚ ਜਾਂ ਹੁੰਦੀ ਹੈ, ਤੁਸੀਂ ਆਪਣਾ ਆਧਾਰ ਕਾਰਡ ਪੇਸ਼ ਕਰੋ, ਜਾਂ ਡਰਾਈਵਿੰਗ ਲਾਇਸੈਂਸ ਪੇਸ਼ ਕਰ ਦਿਓ, ਜਾਂ ਰਾਸ਼ਨ ਕਾਰਡ ਦੇ ਦਿਓ, ਜਾਂ ਬੈਂਕ ਦੀ ਪਾਸਬੁੱਕ ਦੇ ਦਿਓ, ਜਾਂ। ਇਹ ਜਾਂ ਦਾ ਮਤਲਬ ਜੇ ਇੱਕ ਚੀਜ਼ ਨਹੀਂ ਦੂਸਰੀ ਪੇਸ਼ ਕਰ ਦਿਓ, ਦੂਜੀ ਨਹੀਂ ਤੀਜੀ ਪੇਸ਼ ਕਰ ਦਿਓ। ਉੱਥੇ ਆਬਜੈਕਸ਼ਨ ਇਹ ਲਾਇਆ ਗਿਆ ਕਿ ਜਿਹੜੇ ਬੱਚੇ ਦਾ ਜਨਮ ਸਰਟੀਫਿਕੇਟ ਲੈਣਾ, ਇਹਦੀ ਮਾਂ ਦੇ ਸਕੂਲ ਦਾ ਸਰਟੀਫਿਕੇਟ ਲਿਆਂਦਾ ਜਾਵੇ। ਮਾਂ ਕਦੇ ਸਕੂਲ 'ਚ ਪੜ੍ਹੀ ਨਹੀਂ ਜੀ। ਜਾਂ ਲਾਈ ਕੋਈ ਨਹੀਂ ਵੀ ਜੇ ਉਹ ਨਹੀਂ ਤੇ ਆਹ ਲਾ ਦਿਓ, ਆਹ ਲਾ ਦਿਓ, ਆਹ ਲਾ ਦਿਓ, ਕੋਈ ਜਾਂ ਨਹੀਂ। ਇਹ ਲਿਖਤਾ ਇਹਦੀ ਮਾਂ ਦਾ ਸਕੂਲ ਦਾ ਸਰਟੀਫਿਕੇਟ ਲਿਆਂਦਾ ਜਾਵੇ। ਮਾਂ ਸਕੂਲ 'ਚ ਨਹੀਂ ਗਈ, ਜਾਂ ਤੁਸੀਂ ਲਾਈ ਨਹੀਂ,
ਵੀ ਇਹਦੀ ਥਾਂ ਤੇ ਕੋਈ ਦੂਜਾ ਲਾ ਦਿਓ, ਵੋਟਰ ਕਾਰਡ ਲਾ ਦਿਓ, ਆਧਾਰ ਕਾਰਡ ਲਾ ਦਿਓ, ਕੁਛ ਨਹੀਂ। ਇੰਨਾ ਬਹਾਨਾ ਬਣਾ ਕੇ ਰੱਖਿਆ ਗਿਆ। ਹੋਰ ਸੁਣੋ, ਇੱਕ ਤਰੀਕਾ ਕਿ ਹਰ ਗੱਲ ਤੇ ਆਬਜੈਕਸ਼ਨ ਲਾਈ ਜਾਓ, ਆਹ ਗੱਲ ਗਲਤ ਹੋ ਗਈ, ਆਹ ਸਪੈਲਿੰਗ ਗਲਤ ਹੋ ਗਈ, ਆਹ ਹੋ ਗਏ, ਨਾਲ ਲਿਖਿਆ ਜਾਂਦਾ ਕਿ ਤੇਰੇ ਫਲਾਨੀ ਚੀਜ਼ ਗਲਤ ਹੈ, ਇਹਦਾ ਇਤਰਾਜ਼ ਦੂਰ ਕਰੋ, ਫਲਾਨੀ ਚੀਜ਼ ਗਲਤ ਹੈ, ਇਹਦਾ ਇਤਰਾਜ਼ ਦੂਰ ਕਰੋ। ਮਾਮੂਲੀ ਗੱਲਾਂ ਦੇ ਇਤਰਾਜ਼ ਲਾਏ ਜਾਂਦੇ ਆ। ਲੁਧਿਆਣੇ ਦੀ ਮਿਊਨਿਸਪਲ ਕਾਰਪੋਰੇਸ਼ਨ ਦੇ ਸੁਵਿਧਾ ਕੇਂਦਰ ਬਾਰੇ ਪਤਾ ਲੱਗਾ ਕਿ ਉਹਦੇ ਉੱਤੇ ਦੱਸਿਆ ਹੀ ਕੁਛ ਨਹੀਂ ਕਿ ਕਾਹਦਾ ਆਬਜੈਕਸ਼ਨ ਹੈ। ਇਹ ਲਿਖਿਆ ਇਤਰਾਜ਼ ਕਲੀਅਰ ਕਰੋ, ਆਬਜੈਕਸ਼ਨ ਕਲੀਅਰ ਕਰੋ। ਕਾਹਦਾ ਕਰੋ ਜੀ, ਕਾਹਦਾ ਕਰੋ? ਇਹਦਾ ਮਤਲਬ ਹੈ ਕਿ ਆਓ, ਆ ਕੇ ਮਿਲੋ। ਬੰਦਾ ਜਾ ਕੇ ਮਿਲੇ, ਉਹ ਆਖਰ ਜੀ ਇਤਰਾਜ਼ ਕਲੀਅਰ ਕਰੋ। ਕਿਹੜੇ ਇਤਰਾਜ਼ ਹੈ ਜੀ? ਭਲਕੇ ਹੋਇਆ ਦੱਸਾਂਗੇ। ਅਗਲੇ ਦਿਨ ਆਇਆ, ਉਹਨੇ ਆਖਿਆ ਜੀ ਇਤਰਾਜ਼ ਕਲੀਅਰ ਕਰੋ। ਤਾਂ ਆਖੇ ਉਹ ਜੀ ਫਾਈਲ ਗਈ ਆ ਸਾਹਿਬ ਦੇ ਕੋਲ, ਪੁੱਟਾ ਪਈ, ਤੁਸੀਂ ਭਲਕੇ ਆ ਜਾਓ। ਜਦੋਂ 3 ਦਿਨ ਆਊਗਾ ਤੇ ਫਿਰ ਤੀਸਰੇ ਦਿਨ ਉੱਠ ਕੇ ਨਾ ਹੌਲੀ ਜੀ ਆਖੂਗਾ, ਸਾਹਿਬ ਜੀ ਮੇਰੀਆਂ 3 ਦਿਹਾੜੀਆਂ ਟੁੱਟ ਗਈਆਂ, ਮੈਂ ਫੈਕਟਰੀ 'ਚ ਕੰਮ ਕਰਦਾ, ਮੈਂ ਫਲਾਣੇ ਥਾਂ ਕੰਮ ਕਰਦਾ, ਆਉਣ ਜਾਣ ਦਾ ਮੇਰਾ ਇੰਨਾ ਖਰਚਾ ਹੋ ਗਿਆ, ਹੁਣ ਤੱਕ ਮੈਂ ਰੁਪਈਆ 1,500 ਤੇ ਖਰਚ ਚੁੱਕਾ। ਰੱਬ ਦਾ ਵਾਸਤਾ ਤੁਸੀਂ ਦੱਸੋ ਕੀ ਚਾਹੀਦਾ, ਮੈਂ ਆਪ ਹੀ ਦੇ ਦਿੰਦਾ। ਅੱਜ ਜਿਹੜਾ ਬਗੈਰ ਇਤਰਾਜ਼ ਲਾਏ ਤੋਂ ਲਿਖਣਾ ਇਤਰਾਜ਼ ਕਲੀਅਰ ਕਰੋ, ਇਹਦਾ ਕੀ ਮਤਲਬ? ਉਹਦਾ ਕਰਕੇ ਫਿਰ ਉਹਨਾਂ ਨੇ ਕੱਲ੍ਹ ਦੋਵਾਂ ਨੇ ਉੱਥੇ ਛਾਪਾ ਮਾਰਿਆ ਔਰ ਖੁੱਲ੍ਹ ਕੇ ਕਿਹਾ ਕਿ ਸੁਵਿਧਾ ਕੇਂਦਰ ਲੋਕਾਂ ਦੀ ਸੁਵਿਧਾ ਵਾਸਤੇ, ਸਹੂਲਤ ਵਾਸਤੇ ਬਣਾਇਆ ਗਿਆ। ਆਹ ਕੰਮ ਨਹੀਂ ਉੱਥੇ ਚੱਲਣ ਦੇਣਾ। ਠੀਕ ਤਰ੍ਹਾਂ ਕੰਮ ਕਰੋ, ਨਹੀਂ ਤਾਂ ਫਿਰ ਸਰਕਾਰ ਸਖਤੀ ਕਰੂਗੀ ਜੀ। ਮੈਂ ਸਮਝਦਾ ਕੱਲ੍ਹ ਵਾਲਾ ਐਕਸ਼ਨ ਦੋਵਾਂ ਮੰਤਰੀਆਂ ਦਾ ਠੀਕ ਸੀ, ਉੱਥੋਂ ਦੇ ਸਟਾਫ ਨੂੰ ਵੀ ਤੇ ਬਾਕੀ ਸਾਰੇ ਪੰਜਾਬ ਵਿੱਚ ਵੀ। ਜੇ ਕੋਈ ਗੜਬੜ ਕਰਦਾ, ਕੋਈ ਖਰਾਬੀ ਕਰਦਾ, ਤੇ ਉਹਨੂੰ ਸਮਝ ਲੈਣਾ ਚਾਹੀਦਾ ਕਿ ਸਰਕਾਰ ਦਾ ਇਰਾਦਾ ਕੀ ਹੈ ਤੇ ਅੱਗੇ ਤੋਂ ਬੰਦਿਆਂ ਵਾਂਗ ਕੰਮ ਕਰਨਾ ਚਾਹੀਦਾ। ਜੀ ਪੰਜ ਸਾਹਿਬ, ਪੰਜਾਬ ਹਰਿਆਣਾ ਹਾਈ ਕੋਰਟ ਦੀ ਇੱਕ ਟਿੱਪਣੀ ਸਾਹਮਣੇ ਆਈ ਹੈ ਕਿ ਵੀਆਈਪੀ ਗੱਡੀਆਂ ਹੁੰਦੀਆਂ, ਨੰਬਰ ਵੀ ਵੀਆਈਪੀ ਹੁੰਦੇ ਉੱਪਰ, ਫੜੀਆਂ ਜਾਂਦੀਆਂ ਪਰ ਕਾਰਵਾਈ ਕੋਈ ਨਹੀਂ ਹੁੰਦੀ। ਲੰਬੇ ਸਮੇਂ ਪਹਿਲਾਂ ਵੀ ਅਸੀਂ 2-3 ਕੇਸ ਇੱਦਾਂ ਦੇ ਦੇਖੇ ਹੈ। ਟਿੱਪਣੀ ਨੂੰ ਕਿਵੇਂ ਦੇਖਦੇ ਹਾਂ? ਹਾਈ ਕੋਰਟ ਨੇ ਬਿਲਕੁਲ ਠੀਕ ਆਖਿਆ। ਜੱਜ ਸਾਹਿਬਾਨ ਦੇ ਕੋਲ ਕੇਸ ਗਿਆ। ਇੱਥੇ ਬੜੇ ਇਹੋ ਜਿਹੇ ਟਰੱਕ, ਬੱਸਾਂ, ਕਾਰਾਂ, ਜੀਪਾਂ ਫੜੇ ਜਾਂਦੇ ਜਿਨ੍ਹਾਂ ਦਾ ਕਹਿੰਦੇ ਜੀ ਨੰਬਰ ਪਲੇਟ ਫੇਕ ਹੈ, ਇਹਦਾ ਚਲਾਨ ਕਰ ਦਿਓ। ਉਹ 500-700 ਰੁਪਏ ਦਾ ਚਲਾਨ ਕਰਾ ਕੇ ਅੱਗੇ ਤੁਰ ਜਾਂਦੇ, ਕੋਈ ਕੇਸ ਨਹੀਂ ਬਣਾਇਆ ਜਾ ਰਿਹਾ। ਉਹ 'ਚ ਹਾਈ ਕੋਰਟ ਨੇ ਆਖਿਆ ਜਿਹਦੀ ਨੰਬਰ ਪਲੇਟ ਜਾਲੀ ਆ, ਉਹ ਗੱਡੀ ਚੋਰੀ ਦੀ ਵੀ ਹੋ ਸਕਦੀ ਹੈ। ਤੁਸੀਂ ਇਹੋ ਜਿਹੀ ਗੱਡੀ ਜਿਹੜੀ ਆ, ਇਸ ਗੱਡੀ ਨੂੰ ਜ਼ਬਤ ਕਿਉਂ ਨਹੀਂ ਕਰਦੇ? ਔਰ ਇਹਦੇ ਵਿੱਚ ਹੀ ਮੈਂ 2 ਕੇਸ ਦੱਸ ਦਿਆਂ ਜੀ। ਇੱਕ ਥੋੜ੍ਹੇ ਦਿਨ ਪਹਿਲਾਂ ਗੁਰਦਾਸਪੁਰ ਲਾਗੋਂ ਖਬਰ ਆਈ ਸੀ ਕਿ ਬੀਬੀ ਦੀ ਗੱਡੀ ਘੇਰੀ ਹੈ। ਪੁਲਿਸ ਵਾਲੇ ਕਹਿੰਦੇ ਜੀ ਨਜਾਇਜ਼ ਬਲੈਕ ਫਿਲਮ ਲਾਈ ਹੈ। ਦੂਜੀ ਗੱਲ ਕਿ ਗੱਡੀ ਤੇ ਟਰੱਕ ਦਾ ਨੰਬਰ ਹੈ। ਬਾਅਦ 'ਚ ਅਜੇ ਤੱਕ ਨਹੀਂ ਪਤਾ ਲੱਗਾ ਕਿ ਉਹ ਟਰੱਕ ਦਾ ਨੰਬਰ ਸੀ ਕਿ ਨਹੀਂ ਸੀ। ਬੀਬੀ ਠੀਕ ਸੀ ਕਿ ਪੁਲਿਸ ਠੀਕ ਸੀ? ਉਹ ਕੇਸ ਦੱਬਿਆ ਕਿਉਂ ਗਿਆ? ਜੀ, ਜੇ ਉਹਦੇ ਉੱਤੇ ਟਰੱਕ ਦਾ ਨੰਬਰ ਸੀ, ਗਲਤ ਲੱਗਾ ਹੋਇਆ ਸੀ, ਤੇ ਉਹਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ। ਤੇ ਜੇ ਗਲਤ ਨਹੀਂ ਸੀ ਲੱਗਾ ਤੇ ਫਿਰ ਦੱਸਣਾ ਚਾਹੀਦਾ ਕਿ ਤੁਹਾਨੂੰ ਪੁਲਿਸ ਵਾਲਿਆਂ ਨੂੰ ਕਿਹਨੇ ਆਖਿਆ ਹੈ ਟਰੱਕ ਦਾ ਨੰਬਰ। ਦੂਸਰੀ ਗੱਲ, ਲੁਧਿਆਣੇ ਦੇ ਵਿੱਚ ਇਹ ਪਤਾ ਲੱਗ ਗਿਆ ਕਿ ਪਿਛਲੀ ਸਰਕਾਰ ਦੇ ਵੇਲੇ ਖੁਰਾਕ ਸਪਲਾਈ ਦਾ ਟੈਂਡਰ, ਠੇਕਾ ਟਰਾਂਸਪੋਰਟ ਦਾ ਉਹਨਾਂ ਲੋਕਾਂ ਨੂੰ ਮਿਲਿਆ ਜਿਨ੍ਹਾਂ ਨੇ ਟਰੱਕਾਂ ਦੇ ਉੱਤੇ, ਸਕੂਟਰਾਂ ਦੇ ਉੱਤੇ, ਮੋਟਰਸਾਈਕਲਾਂ ਦੇ ਨੰਬਰ ਲਿਖੇ ਸਨ। ਉਹ ਸਾਰੇ ਫੜ ਕੇ ਉਹਨਾਂ ਦੇ ਉੱਤੇ ਪਰਚੇ ਦਰਜ ਹੋਣੇ ਚਾਹੀਦੇ ਆ ਕਿ ਤੁਸੀਂ ਜਾਲੀ ਨੰਬਰ ਲਾ ਕੇ ਇਹ ਕਿਉਂ ਕਰਦੇ ਰਹੇ ਜੀ। ਜਾਲਸਾਜ਼ੀ ਦਾ ਪਰਚਾ ਦਰਜ ਹੋਣਾ ਚਾਹੀਦਾ। ਤੀਜੀ ਗੱਲ, ਅੱਜ ਕੱਲ੍ਹ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਆਪਣੇ ਆਪ ਨੂੰ ਬਹੁਤ ਫੰਨੇ ਖਾਂ ਸਮਝਦੇ। ਬਿਆਸ ਤੋਂ ਜਿਹੜਾ ਜਿੱਤਿਆ ਵਿਧਾਇਕ ਉਹਦੇ ਬਾਰੇ ਰੌਲਾ ਪੈਂਦਾ ਰਿਹਾ ਕਿ ਜਿਹੜਾ ਵੀਆਈਪੀ ਨੰਬਰ ਉਹਨੂੰ ਅਲਾਟ ਹੀ ਨਹੀਂ ਹੋਇਆ, ਲਵਾਈ ਫਿਰਦਾ ਜੀ। ਬਿਨਾਂ ਅਲਾਟ ਹੋਏ ਤੋਂ ਲਵਾਉਣਾ, ਇਹ ਆਪਣੇ ਆਪ ਦੇ ਵਿੱਚ ਜਾਲਸਾਜ਼ੀ ਹੈ ਜੀ। ਉਸ ਐਮਐਲਏ ਨੂੰ ਇਹ ਅਧਿਕਾਰ ਕਿਹਨੇ ਦਿੱਤਾ? ਇਹ ਕੰਮ ਪਿਛਲੇ ਸਮੇਂ 'ਚ ਵੀ ਹੁੰਦਾ ਰਿਹਾ। ਕਦੇ ਕਿਸੇ ਮੰਤਰੀ ਦਾ ਕੋਈ ਪੁੱਤ, ਭਰਾ, ਭਤੀਜਾ ਆਪਣੀ ਕਾਰ ਦੇ ਉੱਤੇ ਐਮਐਲਏ ਲਿਖੀ ਫਿਰਦਾ। ਪਿਛਲੇ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਪਤਾ ਨਾ, ਉਹਦੀ ਸਾਲੀ ਦਾ ਮੁੰਡਾ ਹੈਪੀ, ਜੀ ਜੀ, ਉਹਦੇ ਕੋਲੋਂ ਗੱਡੀਆਂ ਮਿਲੀਆਂ ਸੀ ਜਿਨ੍ਹਾਂ ਦੇ ਉੱਤੇ ਐਮਐਲਏ ਦਾ ਸਟicker ਲਾਈ ਫਿਰਦਾ ਸੀ, ਫੇਕ ਨੰਬਰ ਵਾਲੀਆਂ ਗੱਡੀਆਂ। ਇਹ ਸਾਰੀਆਂ ਜਿਹੜੀਆਂ ਨੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਹੁਣ ਹੁੰਦਾ ਕੀ ਆ ਕਿ ਜਦੋਂ ਇੱਕ ਦਾ ਮਾਮਲਾ ਭੜਕ ਪੈਂਦਾ ਫਿਰ ਪ੍ਰਸ਼ਾਸਨ ਕਾਰਵਾਈ ਕਰਦਾ, ਉੱਦਾਂ ਨਹੀਂ ਕਰਦੇ ਜੀ। ਹੁਣ ਉਹ ਟਾਟਾ ਸਨਜ਼ ਵਾਲਿਆਂ ਦਾ ਸਾਬਕਾ ਚੇਅਰਮੈਨ ਸਾਰਿਸ ਮਿਸਤਰੀ ਮਰ ਗਿਆ। ਬਿਲਕੁਲ। ਉਹਦੇ ਮਰਨ ਤੋਂ ਬਾਅਦ ਅੱਜ ਹੁਣ
ਕੇਂਦਰ ਸਰਕਾਰ ਦੇ ਮਹਿਕਮੇ ਨੇ ਜਿਹੜਾ ਟਰਾਂਸਪੋਰਟ ਨੂੰ ਡੀਲ ਕਰਦਾ, ਐਮਾਜ਼ੋਨ ਨੂੰ ਤੇ ਬਾਕੀ ਸਾਰਿਆਂ ਨੂੰ ਆਖਿਆ ਕਿ ਤੁਸੀਂ ਜਿਹੜਾ ਅਲਾਰਮ ਬਲਾਕਰ ਵੇਚ ਰਹੇ ਹੋ ਬੰਦ ਕਰ ਦਿਓ। ਗੈਰ ਕਾਨੂੰਨੀ ਅਲਾਰਮ ਬਲਾਕਰ ਕੀ ਹੈ ਕਿ ਜੇ ਕੋਈ ਸੀਟ ਬੈਲਟ ਨਹੀਂ ਲਾਉਂਦਾ ਤੇ ਟੂੰ 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 ਗੱਡੀ ਕਰੀ ਜਾਂਦੀ ਹੈ ਜੀ, ਉਹਨੂੰ ਬਲਾਕ ਕਰਨ ਵਾਲਾ ਇੱਕ ਇਨਸਟਰੂਮੈਂਟ, ਇੱਕ ਚਿਪ ਬਣਿਆ ਜਿਹੜਾ ਐਮਾਜ਼ਨ ਵੇਚ ਰਿਹਾ। ਭਾਰਤ ਸਰਕਾਰ ਨੇ ਆਖਿਆ ਹੁਣ ਜੇ ਵੇਚਿਆ ਤੇ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ ਤੇ ਜਿਨ੍ਹਾਂ ਲਾਇਆ ਉਹਨਾਂ ਤੇ ਵੀ ਹੋਊਗੀ। ਕਿਉਂ? ਕਿਉਂਕਿ ਸਾਇਰਸ ਮਿਸਤਰੀ ਵਰਗੇ ਜਿਹੜਾ ਟਾਟਾ ਮੋਟਰਸ ਕੰਪਨੀ ਦਾ ਹੈਡ ਰਹਿ ਚੁੱਕਾ ਹੋਵੇ, ਕਾਰਾਂ ਬਣਾ ਵੇਚਣ ਵਾਲੀ ਕੰਪਨੀ ਦਾ, ਉਹਨਾਂ ਵੀ ਸੀਟ ਬੈਲਟਾਂ ਨਹੀਂ ਸੀ ਲਾਈਆਂ। ਤੇ ਕਿਉਂਕਿ ਸੀਟ ਬੈਲਟਾਂ ਨਹੀਂ ਲਾਈਆਂ ਤੇ ਉਹ ਅਲਾਰਮ ਵੱਜਦਾ ਸੀ, ਇਸ ਕਰਕੇ ਅਲਾਰਮ ਬਲਾਕਰ ਲੱਗਾ ਸੀ। ਜਦੋਂ ਇਹੋ ਜਿਹੀ ਇੱਕ ਘਟਨਾ ਹੁੰਦੀ ਆ, ਸੋਨਾਲੀ ਫੋਕਟ ਉਹਦਾ ਕਤਲ ਹੋ ਗਿਆ ਜਿਹੜੇ ਰੈਸਟੋਰੈਂਟ 'ਚ ਹੋਇਆ, ਉਹਦੇ ਖਿਲਾਫ 3 ਸਾਲਾਂ ਤੋਂ ਕੇਸ ਚੱਲਦਾ ਕਿ ਉਹ ਨਜਾਇਜ਼ ਬਣਿਆ, ਢਾਹ ਦਿੱਤਾ ਜਾਵੇ। ਜੀ ਜੀ, ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਬਿਲਕੁਲ। ਹੁਣ ਰਾਤੋਂ ਰਾਤ ਢਾਉਣ ਤੁਰ ਪਿਆ ਤੇ ਅੱਜ ਸੁਪਰੀਮ ਕੋਰਟ ਨੇ ਸਟੇ ਦੇ ਦਿੱਤਾ। ਸਟੇ ਮਿਲ ਗਿਆ ਜੀ। ਪਰ ਉੱਥੇ ਇੱਕੋ ਤਾਂ ਇਹੋ ਜਿਹਾ ਨਾ ਹੋਣਾ, ਇਹੋ ਜਿਹੇ 40 ਹੋ ਕੇ 400 ਉੱਥੇ ਜਿਨ੍ਹਾਂ ਨੂੰ ਨੋਟਿਸ ਜਾਰੀ ਹੋਏ, ਹੁਣ ਤੱਕ ਕੋਈ ਕਾਰਵਾਈ ਨਹੀਂ। ਜਦ ਤੱਕ ਸੋਨਾਲੀ ਫੋਕਟ ਨੇ ਮੇਰੀ ਦਾ ਚੇਤਾ ਨਹੀਂ ਆਇਆ, ਇਹਦਾ ਮਤਲਬ ਬਾਕੀਆਂ ਦੇ ਖਿਲਾਫ ਉਦੋਂ ਕਾਰਵਾਈ ਕਰੋਗੇ ਜਦੋਂ ਕੋਈ 1 2 4 5 10 ਬੰਦੇ ਹੋਰ ਮਰ ਗਏ। ਇਹ ਸਾਡੇ ਭਾਰਤ ਵਿੱਚ ਇੱਕ ਇਹੋ ਜਿਹਾ ਰਿਵਾਜ ਪੈ ਗਿਆ ਕਿ ਜਿਹੜਾ ਕੰਮ ਗਲਤ ਹੁੰਦਾ ਇੱਕ ਵਾਰੀ ਪਬਲਿਕ ਵਿੱਚ ਆ ਜਾਏ, ਅਖਬਾਰਾਂ 'ਚ ਆ ਜਾਏ, ਮੀਡੀਆ 'ਚ ਆ ਜਾਏ, ਰੇਡੀਓ ਟੀਵੀ 'ਤੇ ਆ ਜਾਏ, ਆ ਵੀ ਦੂਰ ਕਰਨਾ, ਨੁਕਸ ਦੂਰ ਕਰਨ ਭੱਜਣੇ। ਅੱਗੋਂ ਪਿੱਛੋਂ ਇਹਨਾਂ ਦੇ ਨੱਕ ਹੇਠ, ਇਹਨਾਂ ਦੀ ਅੱਖਾਂ ਹੇਠ ਸਭ ਕੁਝ ਵਾਪਰਦਾ ਦਿਸਦਾ, ਪਰ ਕਾਰਵਾਈ ਨਹੀਂ ਕਰਦੇ। ਸਾਡੇ ਪਾਰਲੀਮੈਂਟ ਮੈਂਬਰ ਪਾਰਲੀਮੈਂਟ ਦੀ ਸਿਕਿਉਰਿਟੀ ਦਾ ਜਾਲੀ ਸਟicker ਲਾ ਕੇ ਪਾਰਲੀਮੈਂਟ ਵਿੱਚ ਜਾਂਦੇ ਫੜੇ ਗਏ। ਰਾਜ ਕਰਦੀ ਪਾਰਟੀ ਦੇ ਕੋਈ ਕਾਰਵਾਈ ਨਹੀਂ ਹੋਈ। ਇਸ ਕਰਕੇ ਨਾ ਸਾਰਿਆਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਜੀ, ਪਰਸੋਂ ਗੁਜਰਾਤ ਤੋਂ ਖਬਰ ਹੈ, ਗੁਜਰਾਤ ਦੇ ਗਵਰਨਰ ਸਾਹਿਬ ਨੇ ਸੰਬੋਧਨ ਕੀਤਾ ਤੇ ਉਹਦੇ ਵਿੱਚ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਨੂੰ ਭੜਾਸ ਕੱਢੀ ਕਹਿ ਲਈਏ ਜਾਂ ਸਿੱਧੇ ਰੂਪ 'ਚ ਭੱਦੀ ਸ਼ਬਦਾਵਲੀ ਉਹਨਾਂ ਨੇ ਵਰਤੀ ਹੈ। ਇਹ ਜਿਹੜੀਆਂ ਗੱਲਾਂ ਉਹਨੇ ਕੀਤੀਆਂ ਖਾਸ ਕਰ ਗਾਵਾਂ ਨੂੰ ਲੈ ਕੇ, ਕਿਵੇਂ ਦੇਖਦੇ ਹੋ ਤੁਸੀਂ? ਦੇਖੋ, ਆਚਾਰੀਆ ਦੇਵਵਰਤ ਉੱਥੇ ਗਵਰਨਰ ਲੱਗਣ ਤੋਂ ਪਹਿਲਾਂ ਸਾਡੇ ਗਵਾਂਢ ਹਿਮਾਚਲ ਪ੍ਰਦੇਸ਼ 'ਚ ਹੁੰਦੇ ਸੀ। ਇਹਨੂੰ ਬਾਬਾ ਰਾਮਦੇਵ ਦੇ ਚੇਲਿਆਂ 'ਚੋਂ ਗਿਣਿਆ ਜਾਂਦਾ। ਤੇ ਕੁਝ ਲੋਕ ਸਮਝਦੇ ਆ ਕਿ ਸ਼ਾਇਦ ਲਵਾਇਆ ਵੀ ਰਾਮਦੇਵ ਨੇ। ਰਾਮਦੇਵ ਆਪ ਵੀ ਕਈ ਮਾਮਲਿਆਂ 'ਚ ਫਸਿਆ ਫਿਰਦਾ ਜੀ। ਅੱਜ ਹੁਣ ਦਿੱਲੀ ਹਾਈ ਕੋਰਟ ਨੇ ਕਹਿ ਦਿੱਤਾ ਕਿ ਜਿਹੜੀ ਤੂੰ ਕੋਰੋਨਲ ਬਣਾਈ ਸੀ ਔਰ ਇਹ ਕਹਿ ਕੇ ਵੇਚੀ ਸੀ ਕਿ ਕਰੋਨਾ ਦਾ ਇਲਾਜ ਕਰਦੀ ਦਵਾਈ ਹੈ, ਉਹਦੇ ਬਾਰੇ ਐਲੋਪੈਥੀ ਦੇ ਡਾਕਟਰਾਂ ਨੇ ਪਟੀਸ਼ਨ ਦਾਇਰ ਕੀਤੀ ਹੋਈ ਹੈ। ਪਹਿਲਾਂ ਤੂੰ 2 ਕੇਂਦਰੀ ਮੰਤਰੀ ਲਿਆ ਕੇ ਰਿਲੀਜ਼ ਕੀਤੀ ਦਵਾਈ ਕਿ ਕਰੋਨਾ ਦੀ ਹੈ। ਜਦੋਂ ਪਤਾ ਲੱਗਾ ਕਿ ਦਵਾਈ ਦੀ ਮਨਜ਼ੂਰੀ ਨਹੀਂ ਲਈ, ਨਾ ਖੋਜ ਦੀ, ਨਾ ਟੈਸਟਿੰਗ ਦੀ, ਨਾ ਕਿਤੇ ਟੈਸਟਿੰਗ ਹੋਈ ਆ, ਤੇ ਫਿਰ ਤੂੰ ਮੁੱਕਰ ਗਿਆ ਕਿ ਮੈਂ ਤੇ ਆਖਿਆ ਹੀ ਨਹੀਂ, ਜਦ ਕਿ ਵੀਡੀਓ ਮੌਜੂਦ ਹੈ ਕਿ ਤੂੰ ਆਖਿਆ ਤੇ ਮੰਤਰੀਆਂ ਨੇ ਤੇਰੇ ਨਾਲ ਦਵਾਈ ਰਿਲੀਜ਼ ਕੀਤੀ ਹੈ। ਹੁਣ ਇਹ ਐਲੋਪੈਥੀ ਦੇ ਡਾਕਟਰ ਸਪਸ਼ਟੀਕਰਨ ਮੰਗਦੇ, ਤੂੰ ਸਪਸ਼ਟੀਕਰਨ ਦੇ। ਜੀ, ਬਾਬਾ ਰਾਮਦੇਵ ਦਾ ਸਪਸ਼ਟੀਕਰਨ ਦੇ ਰਿਹਾ। ਪਰ ਇਹ ਜਿਹੜਾ ਆਚਾਰੀਆ ਦੇਵਵਰਤ ਆ, ਇਹਦੀਆਂ ਟਿੱਪਣੀਆਂ ਰਾਮਦੇਵ ਵਰਗੀਆਂ ਨਹੀਂ। ਇਹਨੇ ਬੜੇ ਸੁਲਝੇ ਢੰਗ ਨਾਲ ਇੱਕ ਮਸਲਾ ਪੇਸ਼ ਕੀਤਾ। ਮਸਲਾ ਕੀ ਆ? ਪਹਿਲੀ ਗੱਲ ਤੇ ਉਹਨੇ ਆਖੀ ਕਿ ਤੁਸੀਂ ਮੰਦਿਰ ਵਿੱਚ ਜਾਂਦੇ ਹੋ, ਮਸਜਿਦ 'ਚ ਜਾਂਦੇ ਹੋ, ਚਰਚ ਵਿੱਚ ਜਾਂਦੇ ਹੋ, ਗੁਰਦੁਆਰੇ ਵਿੱਚ ਜਾਂਦੇ ਹੋ, ਈਸ਼ਵਰ ਭਾਲਦੇ ਹੋ, ਭਾਲੋ, ਉਹਦੀ ਪੂਜਾ ਕਰੋ। ਪਰ ਸਭ ਤੋਂ ਵੱਡੀ ਬੰਦਗੀ ਇਹ ਆ, ਸਭ ਤੋਂ ਵੱਡੀ ਪੂਜਾ ਇਹ ਆ, ਕਿਹੜੀਆਂ ਫਸਲਾਂ ਨੇ ਇਹਨਾਂ ਨੂੰ ਖਾਦਾਂ ਨਾ ਪਾਓ, ਕੀੜੇ ਮਾਰ ਦਵਾਈਆਂ ਨਾ ਪਾਓ, ਇਹਨਾਂ ਦੇ ਨਾਲ ਤੁਸੀਂ ਨਸਲ ਵਿਗਾੜ ਰਹੇ ਆ, ਸਭ ਕੁਝ ਖਰਾਬ ਕਰ ਰਹੇ ਆ, ਇਹ ਹਟ ਜਾਓ। ਇਹ 'ਚ ਉਹਨੇ ਕੀ ਮਾੜਾ ਆਖਿਆ? ਕੋਈ ਮਾੜਾ ਨਹੀਂ। ਦੂਜੀ ਗੱਲ ਉਹਨੇ ਆਖੀ, ਉਹ ਆਪ ਵੀ ਤਾਂ ਹਿੰਦੂ ਆ, ਬਿਲਕੁਲ ਧਾਰਮਿਕ ਵੀ ਆ। ਉਹ ਕਹਿੰਦਾ ਸਾਡਾ ਹਿੰਦੂ ਧਰਮ ਜਿਹੜਾ, ਇਹ 'ਚ ਪਖੰਡ ਬਹੁਤ ਹੈ। ਗਾਂ ਨੂੰ ਗਊ ਮਾਤਾ ਕਹਿੰਦੇ ਆ, ਪੂਜਦੇ ਆ, ਆਟੇ ਦਾ ਪੇੜਾ ਚਾਰਦੇ ਆ, ਗਊ ਮਾਤਾ ਦੀ ਜੈ। ਜਦ ਤੱਕ ਦੁੱਧ ਦਿੰਦੀ ਉਹਨਾਂ ਚਿਰ ਤੱਕ ਗਊ ਮਾਤਾ, ਜਿਸ ਦਿਨ ਦੁੱਧ ਦੇਣ ਤੋਂ ਹਟ ਜਾਂਦੀ ਆ, ਹੌਲੀ ਜਿਹੀ ਬਾਹਰ ਕੱਢ ਕੇ ਤੇ ਤੋਰ ਆਉਂਦੇ ਆ, ਫਿਰ ਉਹ ਸੜਕਾਂ ਦੇ ਉੱਤੇ ਗੰਦਮਾਂ ਤੇ ਚੱਬਦੀ ਫਿਰੇ। ਇਹ ਕਿੱਡੀ ਚੰਗੀ ਗੱਲ ਹੈ। ਉਹਨੇ ਮੁੱਦਾ ਜਿਹੜੇ ਢੰਗ ਨਾਲ ਪੇਸ਼ ਕੀਤਾ, ਉਹ ਮੁੱਦਾ ਵੀ ਪਾਸੇ ਰਹਿ ਗਿਆ, ਢੰਗ ਵੀ ਪਾਸੇ ਰਹਿ ਗਿਆ। ਚਰਚਾ ਇਸ ਗੱਲ ਦੀ ਚੱਲ ਪਈ ਆ ਕਿ ਉਹਨੇ ਹਿੰਦੂ ਧਰਮ ਤੇ ਹਮਲਾ ਕੀਤਾ ਜੀ। ਇਹ ਹਿੰਦੂ ਧਰਮ ਤੇ ਹਮਲਾ ਨਹੀਂ। ਤੁਸੀਂ ਜਾ ਕੇ ਵੇਖੋ, ਇੱਥੇ ਗਾਵਾਂ ਜਦੋਂ ਇੱਥੇ ਬਾਜ਼ਾਰਾਂ 'ਚ ਲਿਫਾਫੇ ਖਾਂਦੀਆਂ ਫਿਰਦੀਆਂ ਨੇ, ਕਈ ਵਾਰੀ ਪੋਲੀਥੀਨ ਦੇ ਲਿਫਾਫੇ ਪੇਟ 'ਚ ਫਸ ਜਾਂਦੇ ਆ। ਇਹ ਸਾਰਾ ਕੁਝ ਜੋ ਕੁਝ ਹੁੰਦਾ ਪਿਆ, ਇਹਦਾ ਕੋਈ ਕਿਸੇ ਨੂੰ ਤਰਸ ਨਹੀਂ ਆਉਂਦਾ। ਇਸ ਦੇਸ਼ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਹੁੰਦਾ ਪਿਆ ਜਿਹਨੂੰ ਰੋਕਣ ਦੀ ਲੋੜ ਹੈ। ਬਹੁਤ ਕੁਝ ਇਹੋ ਜਿਹਾ ਜਿਹੜਾ ਗਲਤ ਹੋ ਰਿਹਾ। 2 ਹੀ ਤਰੀਕੇ ਆ। ਇੱਕ ਤਰੀਕਾ ਤੇ ਉਹ ਆ
ਜਿਹੜਾ ਆਚਾਰੀਆ ਦੇਵਵਰਤ ਨੇ ਆਖਿਆ ਆਪਣੇ ਭਾਸ਼ਣ 'ਚ ਸਮਝਾਉਣ ਦੇ ਢੰਗ ਨਾਲ ਲਫ਼ਜ਼ ਉਹਦੇ ਕੌੜੇ ਹੋ ਸਕਦੇ, ਗੱਲ ਠੀਕ ਹੈ ਉਹਦੀ। ਬਿਲਕੁਲ। ਦੂਜਾ ਤਰੀਕਾ, ਕੱਲ ਹਰਿਆਣੇ ਦੇ ਵਿੱਚ ਇੱਕ ਪੈਨਸ਼ਨਰ ਨੇ ਕੱਢਿਆ, 102 ਸਾਲ ਦਾ ਬੁੱਢਾ ਹੈ ਰੋਹਤਕ ਜ਼ਿਲ੍ਹੇ 'ਚ ਜੀ, ਉਹਦੀ ਪੈਨਸ਼ਨ ਬੰਦ ਕਰ ਦਿੱਤੀ। ਉਹ ਪੈਨਸ਼ਨ ਲੈਣ ਗਿਆ ਤੇ ਉਹ ਅੱਗੋਂ ਕਹਿੰਦੇ ਬਾਪੂ ਤੂੰ ਤੇ ਮਰ ਗਿਆ, ਤੇ ਕਹਿੰਦਾ ਮੈਂ ਤੁਹਾਡੇ ਸਾਹਮਣੇ ਖੜਾ, ਕਿਸੇ ਨੇ ਗੱਲ ਨਹੀਂ ਸੁਣੀ। ਉਹ ਇੱਕ ਅਫਸਰ ਕੋਲ ਗਿਆ, ਦੂਜੇ ਕੋਲ ਗਿਆ, 10 ਥਾਵਾਂ ਤੇ ਗਿਆ, ਕਿਸੇ ਨੇ ਗੱਲ ਨਹੀਂ ਸੁਣੀ। ਫਿਰ ਆਮ ਆਦਮੀ ਪਾਰਟੀ ਦੇ ਲੀਡਰ ਨਵੀਨ ਜੈਹਿੰਦ ਨੂੰ ਨਾਲ ਲੈ ਕੇ ਉਹਨੇ ਪ੍ਰੈਸ ਕਾਨਫਰੰਸ ਕੀਤੀ, ਫਿਰ ਕਿਸੇ ਨੇ ਉਹਦੀ ਗੱਲ ਨਹੀਂ ਸੁਣੀ। ਉਹ ਪਿੱਟਦਾ ਰਿਹਾ ਕਿ ਮੈਂ ਜਿਉਣਾ, ਕਿਸੇ ਨੇ ਮੰਨਿਆ ਹੀ ਨਹੀਂ। ਹਾਰ ਕੇ ਉਹਨੇ ਇੱਕ ਫਾਰਮੂਲਾ ਕੱਢਿਆ ਕਿ ਜਿੱਥੇ ਸਰਕਾਰੀ ਰੈਸਟ ਹਾਊਸ ਆ, ਜਿੱਦਾਂ ਸਾਡੇ ਜ਼ਿਲ੍ਹਿਆਂ 'ਚ ਸਰਕਟ ਹਾਊਸ ਹੁੰਦੇ ਆ ਜੀ, ਉੱਥੇ ਰੈਸਟ ਹਾਊਸ ਸੀ। ਉਹਨੂੰ ਪਤਾ ਕਿ ਸਾਬਕਾ ਮੰਤਰੀ ਸਾਹਿਬ ਆਏ ਆ ਤੇ ਰਾਜ ਕਰਦੀ ਪਾਰਟੀ ਦੇ ਆ ਤੇ ਹੋਰ ਉੱਥੇ ਸਾਰੇ ਅੱਜ ਉੱਥੇ ਗਏ ਆ। ਉਹਨੇ ਆਪਣੇ ਨਾਲ ਢੋਲ ਵਾਜੇ ਵਾਲੇ ਲੈ ਸਾਰੀ ਬਰਾਤ ਲਈ ਤੇ ਸਿਹਰੇ ਲਾ ਕੇ ਤੇ ਉਧਰ ਨੂੰ ਤੁਰ ਪਿਆ ਤੇ ਅਗਲੇ ਪਾਸੇ ਵੱਡੀ ਪਲੇਟ ਲਾਤੀ, ਤੁਹਾਡਾ ਫੁੱਫੜ ਜਿਉਂਦਾ। ਜੀ, ਆਹ ਜਿਹੜੀ ਗੱਲ ਸੀ ਤੁਹਾਡਾ ਫੁੱਫੜ ਜਿਉਂਦਾ, ਇਹ ਬਹੁਤ ਵੱਡੀ ਸੀ। ਇਹ ਉੱਥੋਂ ਦੇ ਅਫਸਰਾਂ ਨੂੰ ਇਹ ਸਮਝਣਾ ਚਾਹੀਦਾ, ਸਮੁੱਚੀ ਅਫਸਰਸ਼ਾਹੀ ਦੇ ਮੂੰਹ ਤੇ ਬਹੁਤ ਵੱਡੀ ਚਪੇੜ ਹੈ। ਇਸ ਘਟਨਾ ਤੋਂ ਬਾਅਦ ਸਾਬਕਾ ਮੰਤਰੀ ਕਹਿੰਦਾ ਜੀ ਮੈਂ ਆਪਣੀ ਪਾਰਟੀ ਹਾਈ ਕਮਾਂਡ ਨੂੰ ਕਹਿਣਾ, ਚੰਡੀਗੜ੍ਹ 'ਚ ਬੈਠੇ ਮੁੱਖ ਮੰਤਰੀ ਤੇ ਉਹਨਾਂ ਨੂੰ, ਕਿ ਇਹਦੇ ਕੇਸ ਦੀ ਪੜਤਾਲ ਕਰਾਉਣ। ਜ਼ਿਲ੍ਹੇ ਦੇ ਅਫਸਰ ਕਹਿੰਦੇ ਜੀ ਹੁਣ ਅਸੀਂ ਛੇਤੀ ਪੜਤਾਲ ਕਰਾਂਗੇ, ਅਸੀਂ ਵੇਖਾਂਗੇ ਇਹਨੂੰ ਜਿਉਂਦੇ ਨੂੰ ਮਰ ਗਿਆ ਕਿਹਨੇ ਕੀਤਾ, ਅਸੀਂ ਇਹਦੀ ਪੈਨਸ਼ਨ ਬਹਾਲ ਕਰਾਂਗੇ। ਇਹਦਾ ਮਤਲਬ ਜੇ ਉਹ ਤੁਹਾਡਾ ਫੁੱਫੜ ਬਣ ਕੇ ਨਾ ਆਉਂਦਾ ਤੇ ਫਿਰ ਤੁਸੀਂ ਉਹਨੂੰ ਕੱਖ ਵੀ ਨਹੀਂ ਸਮਝਦੇ, ਟਿੱਚ ਸਮਝਦੇ ਸੀ ਜੀ। ਹਰ ਵਾਰੀ ਲੋਕ ਇੱਦਾਂ ਕਰਿਆ ਕਰਨਗੇ। ਦੋ ਤਰੀਕੇ ਆ, ਇੱਕ ਆਚਾਰੀਆ ਦੇਵਵਰਤ ਵਾਲਾ, ਇੱਕ ਪ੍ਰਸ਼ਾਸਨ ਦੇ ਫੁੱਫੜ ਵਾਲਾ। ਇਹਨਾਂ 'ਚ ਕਿਹੜਾ ਅਪਣਾਉਣਾ? ਫਿਰ ਲੋਕ ਕੋਈ ਤਰ੍ਹਾਂ ਲੱਭਣਗੇ ਨਾ। ਫੁੱਫੜ ਨੂੰ ਮਨਾ ਲੂਗੇ, ਕੀ ਪਤਾ ਪੈਨਸ਼ਨ ਲੱਗ ਜਾਵੇ। ਪਰ ਸਭ ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ। ਤੁਸੀਂ ਚਰਚਾ ਕੀਤੀ, ਬਹੁਤ ਬਹੁਤ ਧੰਨਵਾਦ। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਵੇਲਾ ਆ ਗਿਆ। ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।